ਸ਼ੰਟੀ ਜੀ ਜਿੱਤਦੇ ਆਉਂਦੇ ਆ ਹਰ ਵਾਰ। ਫਿਰ ਤੁਸੀਂ ਇਸ ਵਾਰ ਜਦੋਂ ਇਲੈਕਸ਼ਨ ਲੜ ਰਹੇ ਹੋ ਤਾਂ ਤੁਹਾਨੂੰ ਆਪਣੀ ਪ੍ਰੋਬੇਬਿਲਿਟੀ ਕੀ ਨਜ਼ਰ ਆਉਂਦੀ ਹੈ? ਕੈਂਡੀਡੇਟ ਕਈ ਖੜੇ ਹੋਣ ਦੇ ਕਰਕੇ ਉਹਨਾਂ ਦੇ ਮੂੰਹ ਮੁਲਾਜ਼ੇ ਨਾਲ ਵੋਟਾਂ ਪੈਂਦੀਆਂ ਰਹੀਆਂ, ਕੱਟਦੀਆਂ ਰਹੀਆਂ ਵੋਟਾਂ, ਇਸ ਕਰਕੇ ਉਹ ਬੰਦਾ ਜਿੱਤਦਾ ਰਿਹਾ, ਨਹੀਂ ਤਾਂ ਉਹ ਪਿਛਲੀ ਵਾਰੀ ਵੀ ਹਾਰਦਾ। ਕਈ ਵਾਰੀ ਇਹ ਜਿਹੜੇ ਮੈਂਬਰ ਹੁੰਦੇ ਨੇ ਪਰਸਨਲੀ ਲੋਕਾਂ ਦੀ ਹੈਲਪ ਕਰਕੇ ਦਿੱਲੀ ਕਮੇਟੀ ਹਥਿਆ ਲੈਂਦੇ ਨੇ, ਉੱਥੇ ਜਾ ਕੇ ਵੱਡੀ ਲੁੱਟ ਖਸੁੱਟ ਹੁੰਦੀ ਆ। ਨਾ ਕਿਹਦਾ ਖਰਾਬ ਹੁੰਦਾ, ਸਿੱਖਾਂ ਦਾ ਮਿਆਰ ਕਿਹਦਾ ਗਿਰਦਾ, ਸਿੱਖੀ ਦਾ। ਪੱਗਾਂ ਕਿਹਦੀਆਂ ਉਛਲਦੀਆਂ ਨੇ ਸਾਡੀਆਂ। ਦੋਸ਼ ਤਾਂ ਲੱਗੇ ਨੇ, ਇਹ ਤਾਂ ਸੱਚਾਈ ਹੈ ਹੀ ਹੈ, ਜੱਗ ਜਾ ਗੱਲ ਹੈ, ਇਹਨੂੰ ਛੁਪਾਈ ਨਹੀਂ ਜਾ ਸਕਦੀ। ਸਬੂਤ ਨੇ ਇਹਦੇ ਵਿੱਚ, ਸਾਬਤ ਹੀ ਨਹੀਂ ਹੋਈਆਂ ਚੀਜ਼ਾਂ। ਸਾਬਤ ਨਾ ਹੋਣੇ ਉਹ ਮੈਨੂਪੂਲੇਟ ਕੀਤੀਆਂ ਗਈਆਂ। ਐਤਕੀ ਵੀ ਡੇਟ ਸੀਗੀ ਇਹ ਚੋਰੀ ਵਾਲੇ ਕੇਸ ਦੀ, ਐਤਕੀ ਵੀ ਡੇਟ ਸੀ 10 ਤਰੀਕ। ਇਹਨਾਂ ਨੇ ਆਪਣੇ ਵਕੀਲ ਦਾ ਉੱਥੇ ਲਾਤੀ ਐਪਲੀਕੇਸ਼ਨ ਕਿ ਉਹ ਮੈਡੀਕਲ ਭੇਜਤਾ ਤਾਂ ਕਿ ਉਹ ਪਹੁੰਚ ਨਹੀਂ ਸਕਿਆ ਉੱਥੇ, ਨਹੀਂ ਤਾਂ ਐਤਕੀ FIR ਹੁੰਦੀ। ਤੈਅ ਕੀਤੀ ਕਿਨੇ? ਤੁਸੀਂ ਹੁਣੇ ਨਾਮ ਮੇਰੇ ਮੂੰਹੋਂ ਹੀ ਜ਼ਰੂਰ ਕਢਾਉਣਾ। ਸਬਜ਼ੀ ਚੋਰ ਕੋਣ ਨਹੀਂ ਜਾਂਦਾ ਦਿੱਲੀ ਦੇ ਵਿੱਚ। ਉਹ ਕੀ ਸਕੈਮ ਕੀ ਹੈਗਾ ਸਬਜ਼ੀ ਚੋਰੀ? ਸਬਜ਼ੀ ਚੋਰੀ ਦੇ 5 ਕਰੋੜ ਦੇ ਬਿੱਲ ਪਾਏ ਹੋਏ ਨੇ, 4.5 ਕੇ 5 ਕਰੋੜ ਦੇ। ਜੇ ਗਲਤ ਹੁੰਦੇ ਤਾਂ ਫਿਰ ਸਰਨਾ ਸਾਹਿਬ ਦੁਬਾਰਾ ਕਿਉਂ ਲੈਂਦੇ? ਜਿਨ੍ਹਾਂ ਦਾ ਹੁੰਦਾ ਧੰਦਾ ਵੀ ਇਸ ਦੁਕਾਨ ਤੋਂ ਜਾਂ ਇਸ ਵੈਂਡਰ ਤੋਂ ਸਾਨੂੰ ਆਰਡਰ ਨਹੀਂ ਮਿਲ ਰਿਹਾ, ਦੂਜੇ ਤੋਂ ਲੈ ਲਓ, ਦੂਜੇ ਤੋਂ ਨਹੀਂ ਮਿਲ ਰਿਹਾ, ਤੀਜੇ ਤੋਂ ਲੈ ਲਓ, ਇਹੀ ਇੱਕ ਚੱਲਦਾ ਰਿਹਾ। ਮੈਂ ਉਸ ਇਲਾਕੇ 'ਚ ਨਵਾਂ ਗਿਆ, ਮੇਰੇ ਹਰ ਜਗ੍ਹਾ ਤੋਂ ਪੋਸਟਰ ਪੜਵਾਤੇ, ਪੈਸੇ ਦੇ ਕੇ ਪੋਸਟਰ ਪੜਵਾਤੇ, ਬੈਨਰ ਉਤਰਵਾਤੇ। ਗੁਰੂ ਘਰ ਦੀ ਚੋਣਾਂ 'ਚ ਪੈਸਾ ਵੰਡਿਆ ਜਾਂਦਾ ਹੈ, ਸ਼ਰਾਬ ਵੰਡੀ ਜਾਂਦੀ। ਬਿਲਕੁਲ ਵੰਡਦੇ ਨੇ ਇਹ ਲੋਕ, ਬਿਲਕੁਲ ਵੰਡਦੇ ਨੇ। ਧਰਮ ਦੀ ਨੌਲੇਜ ਹੈ ਨਹੀਂ, ਤੁਸੀਂ ਧਾਰਮਿਕ ਇਲੈਕਸ਼ਨ ਲੜਨ ਆ ਗਏ, ਤੁਸੀਂ ਕਿੱਦਾਂ ਜਿੱਤੋਗੇ? ਹੁਣ ਉਹ ਦੱਸੇ ਮੇਰੇ ਅੱਗੇ ਕਿੱਦਾਂ ਜਿੱਤੂਗਾ? ਧਰਮ ਦੀ ਨੌਲੇਜ ਨਹੀਂ ਰੱਖਦੇ ਹੋਣਗੇ ਤਾਂ ਸੰਗਤ ਐਵੇਂ ਜਿਤਾ ਰਹੀ ਹੈ। ਜੇ ਧਰਮ ਦੀ ਨੌਲੇਜ ਹੋਏ ਨਾ, 15 ਸਾਲ ਲੱਗੇ ਹੁਣ ਤੇ ਇਲਾਕੇ ਦਾ ਇਹ ਹਾਲ ਨਾ ਹੋਵੇ। ਚਲੋ ਮੈਂ ਤੁਹਾਨੂੰ ਲੈ ਕੇ ਚੱਲਾਂ ਗੁਰਦੁਆਰਿਆਂ ਦੇ ਵਿੱਚ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਭਾਵੇਂ ਕੁਝ ਸਮੇਂ ਵਾਸਤੇ ਮੁਲਤਵੀ ਹੋਈਆਂ, ਪਰ ਬਹੁਤ ਵੱਡੇ ਸਵਾਲ ਨੇ। ਜਦੋਂ ਦਿੱਲੀ ਚੋਣਾਂ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਾਲਾਂਕਿ SGPC ਦੀਆਂ ਚੋਣਾਂ ਲੰਮੇ ਸਮੇਂ ਤੋਂ ਪੈਂਡਿੰਗ ਨੇ, ਔਰ ਦਿੱਲੀ ਦੀ ਸੰਗਤ ਲਗਾਤਾਰ ਜਦੋਂ ਵੀ ਵੋਟ ਪਾਉਂਦੀ ਆਈ ਹੈ ਤਾਂ ਹਰ ਵਾਰ ਇਸ਼ੂਜ਼ ਕੁਛ ਉੱਠਦੇ ਹੈ। ਇੱਕ ਸਾਬਕਾ ਜਨਰਲ ਸਕੱਤਰ DSG-MC ਦੇ ਰਹੇ ਗੁਰਮੀਤ ਸਿੰਘ ਸ਼ੰਟੀ, ਜਿਨ੍ਹਾਂ ਤੇ ਵੱਡੇ ਸਵਾਲ ਉੱਠੇ ਕਿ ਉਹਨਾਂ ਨੇ ਸਬਜ਼ੀ ਘੁਟਾਲਾ ਕੀਤਾ, ਉਹਨਾਂ ਨੇ ਬਹੁਤ ਪੈਸਾ ਉਹਦੇ ਵਿੱਚੋਂ ਖਾਇਆ। ਹਾਲਾਂਕਿ ਦੋਸ਼ ਲੱਗਦੇ ਰਹੇ ਹੈ, ਜਿੱਤਦੇ ਆਏ ਆ ਉਹ, ਉਹਨਾਂ ਦੇ ਖਿਲਾਫ ਕਿਹਾ ਜਾਂਦਾ ਇਨਵਿੰਸੀਬਲ ਰਹੇ। ਲੇਕਿਨ ਇਸ ਵਾਰ ਜਸਪ੍ਰੀਤ ਸਿੰਘ ਕਰਮਸਰ ਇਲੈਕਸ਼ਨ ਲੜ ਰਹੇ ਹੈ, ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਤੋਂ, ਅਕਾਲੀ ਦਲ ਤੋਂ, ਔਰ ਬਾਲਟੀ ਚੋਣ ਨਿਸ਼ਾਨ ਦੇ ਨਾਲ ਲੜ ਰਹੇ। ਤਾਂ ਵੱਡੇ ਸਵਾਲ ਨੇ ਕਿ ਆਖਰ ਏਡੇ ਵੱਡੇ ਦੋਸ਼ਾਂ ਤੋਂ ਬਾਅਦ ਵੀ ਜੇ ਗੁਰਮੀਤ ਸਿੰਘ ਸ਼ੰਟੀ ਜਿੱਤਦੇ ਆ ਤਾਂ ਫਿਰ ਪ੍ਰੋਬੇਬਿਲਿਟੀ ਕੀ ਹੈ? ਜਸਪ੍ਰੀਤ ਸਿੰਘ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮੈਂ ਕਿਹਾ ਕਿ ਸ਼ੰਟੀ ਜੀ ਜਿੱਤਦੇ ਆਉਂਦੇ ਆ ਹਰ ਵਾਰ, ਫਿਰ ਤੁਸੀਂ ਇਸ ਵਾਰ ਜਦੋਂ ਇਲੈਕਸ਼ਨ ਲੜ ਰਹੇ ਹੋ ਤਾਂ ਤੁਹਾਨੂੰ ਆਪਣੀ ਪ੍ਰੋਬੇਬਿਲਿਟੀ ਕੀ ਨਜ਼ਰ ਆਉਂਦੀ ਹੈ? ਠੀਕ ਹੈ, ਉਹ ਜਿੱਤਦੇ ਆਉਂਦੇ ਰਹੇ ਅੱਜ ਤੱਕ। ਉਹ ਸੰਗਤ ਦੀ ਕਿਤੇ ਨਾ ਸਮਝੀ ਰਹੀ ਆ, ਮਗਰ ਜਦੋਂ ਹੁਣ ਸੰਗਤ ਦੀਆਂ ਅੱਖਾਂ ਖੁੱਲੀਆਂ ਨੇ ਤੇ ਸੰਗਤ ਨੇ ਇਸ ਚੀਜ਼ ਦਾ ਫੈਸਲਾ ਕੀਤਾ ਕਿ ਅਸੀਂ ਐਤਕੀ ਉਹ ਕੈਂਡੀਡੇਟ ਲੈ ਕੇ ਆਵਾਂਗੇ ਜਿੱਤੇ ਕੋਈ ਦੋਸ਼ ਨਾ ਹੋਵੇ, ਔਰ ਦਿੱਲੀ ਕਮੇਟੀ ਦੀ ਉਹ ਸੇਵਾ ਕਰੇ, ਸੰਗਤਾਂ ਦੀ ਸੇਵਾ ਕਰੇ। ਉਹਨਾਂ ਦਾ ਜਿੱਤਣ ਦਾ ਕਾਰਨ ਜੋ ਅਸੀਂ ਪਿੱਛੇ ਦੇਖਦੇ ਰਹੇ ਹਾਂ ਉਹ ਇਹੀ ਰਿਹਾ ਬਈ ਕੈਂਡੀਡੇਟ ਕਈ ਖੜੇ ਹੋ ਜਾਂਦੇ ਸੀ, ਹੁੰਦੇ ਸੀਗੇ। ਸੰਗਤ ਚਾਹੁੰਦੀ ਸੀ ਵੀ ਇਹਨਾਂ ਨੂੰ ਸਾਫ਼ ਕਰੀਏ। ਕੈਂਡੀਡੇਟ ਕਈ ਖੜੇ ਹੋਣ ਦੇ ਕਰਕੇ ਉਹਨਾਂ ਦੇ ਮੂੰਹ ਮੁਲਾਜ਼ੇ ਨਾਲ ਵੋਟਾਂ ਪੈਂਦੀਆਂ ਰਹੀਆਂ, ਕੱਟਦੀਆਂ ਰਹੀਆਂ ਵੋਟਾਂ, ਇਸ ਕਰਕੇ ਉਹ ਬੰਦਾ ਜਿੱਤਦਾ ਰਿਹਾ, ਨਹੀਂ ਤਾਂ ਉਹ ਪਿਛਲੀ ਵਾਰੀ ਵੀ ਹਾਰਦਾ। ਅਕਾਲੀ ਦਲ ਦੇ ਉੱਤੇ ਬਹੁਤ ਸਾਰੇ ਕੁਐਸਚਨਸ ਹੁੰਦੇ ਰਹੇ, ਪਰ ਦਿੱਲੀ ਦੇ ਵਿੱਚ ਅਕਾਲੀ ਦਲ ਜਿੱਤਦਾ ਹੈ। ਦਿੱਲੀ ਦੀ ਸੰਗਤ ਵੱਖਰਾ ਸੋਚਦੀ ਹੈ ਪੰਜਾਬ ਦੀ ਸੰਗਤ ਨਾਲ। ਬਿਲਕੁਲ, ਦਿੱਲੀ ਦੇ ਵਿੱਚ ਜਿਹੜਾ ਕੰਮ ਕਰਦਾ ਉਹ ਜਿੱਤਦਾ। ਹਮੇਸ਼ਾ ਜਿੱਤ ਵੀ ਉਹਦੀ ਹੋਣੀ ਚਾਹੀਦੀ ਹੈ ਜਿਹੜਾ ਕੰਮ ਕਰਦਾ, ਸੰਗਤ ਦੀ ਸੇਵਾ ਕਰਦਾ। ਦਿੱਲੀ ਦੀ ਸੰਗਤ ਇਹ ਸੋਚਦੀ ਹੈ ਵੀ ਦਿੱਲੀ 'ਚ ਜਿਹੜਾ ਵੀ ਪ੍ਰਧਾਨ ਰਿਹਾ ਉਹਨੇ ਸਾਡੇ ਵਾਸਤੇ ਕੀ ਕੀਤਾ। ਅਸੀਂ ਆਪਾਂ ਪੰਜਾਬ ਨੂੰ ਨਹੀਂ ਵੇਖਦੇ। ਦਿੱਲੀ ਦੇ ਵਿੱਚ ਸਿਰਸਾ ਸਾਹਿਬ ਦੀ ਪਾਰਟੀ ਨੇ ਕਿੰਨੇ ਕੰਮ ਕੀਤੇ ਨੇ ਸੰਗਤਾਂ ਵਾਸਤੇ, ਇੱਕ ਆਪਾਂ ਗਿਣਾਉਣ ਲੱਗ ਜੇ ਤੇ ਗਿਣੇ ਨਹੀਂ ਜਾਂਦੇ, ਇੰਨੇ ਕੰਮ ਕੀਤੇ ਗਏ ਨੇ। ਇਸ ਲਈ ਕੰਮਾਂ ਨੂੰ ਹਮੇਸ਼ਾ ਦਿੱਲੀ ਦੀ ਸੰਗਤ ਜਿਹੜੀ ਆ ਉਹ ਸਪੋਰਟ ਕਰਦੀ ਆ। ਤੁਸੀਂ ਕਿਉਂ ਚੂਜ਼ ਕੀਤਾ? ਤੁਸੀਂ ਮੇਰੇ ਖਿਆਲ ਪਹਿਲਾ ਇਲੈਕਸ਼ਨ ਲੜ ਰਹੇ ਹੋ ਇਹ। ਹਾਂ, ਮੈਂ ਪਹਿਲਾ ਇਲੈਕਸ਼ਨ ਲੜ ਰਿਹਾ, ਮਗਰ ਅਸੀਂ ਇਲੈਕਸ਼ਨਾਂ ਦੇ ਵਿੱਚ ਸਪੋਰਟ ਕਈ ਵਾਰੀ ਕੀਤੀ ਹੈ। ਮੈਂ ਦੇਖਿਆ ਅਸੀਂ ਤੇ ਬਿਜ਼ਨਸਮੈਨ ਹਾਂ, ਬਿਜ਼ਨਸ ਕਰਦੇ ਹਾਂ, ਮਗਰ ਜਦੋਂ ਅਸੀਂ ਵੇਖਿਆ ਜੇ ਅਸੀਂ ਲੋਕ ਅੱਗੇ ਨਹੀਂ ਆਵਾਂਗੇ ਜਾਂ ਕੋਈ ਐਂਟਰਪ੍ਰੈਨਰ ਜਾਂ ਕੋਈ ਸਕਸੈਸ ਪਰਸਨ ਅੱਗੇ ਨਹੀਂ ਆਊਗਾ ਤਾਂ ਫਿਰ ਦਿੱਲੀ ਕਮੇਟੀ ਲੁੱਟ ਖਸੁੱਟੀ ਹੁੰਦੀ ਰਹਿਣੀ ਹੈ, ਚੋਰੀਆਂ ਹੀ ਹੁੰਦੀਆਂ ਰਹਿਣੀਆਂ। ਜੇ ਚੋਰੀਆਂ ਹੁੰਦੀਆਂ ਰਹੀਆਂ ਤਾਂ ਆਟੋਮੈਟਿਕਲੀ ਹਰ ਚੀਜ਼ ਦਾ, ਸਾਡੇ ਧਰਮ ਸਥਲਾਂ ਦਾ, ਸਾਡੇ ਸਕੂਲਾਂ ਦਾ, ਸਾਡੇ ਕਾਲਜਾਂ ਦਾ ਮਿਆਰ ਥੱਲੇ ਗਿਰਦਾ ਰਹਿਣਾ। ਫਿਰ ਅਸੀਂ ਕਹਿੰਦੇ ਦਿੱਲੀ ਕਮੇਟੀ ਕਰਦੀ ਕੁਛ ਨਹੀਂ। ਇੱਦਾਂ ਨਹੀਂ। ਮੈਂ ਤੇ ਦਿੱਲੀ ਦੀ ਸੰਗਤ ਨੂੰ ਇਹ ਬੇਨਤੀ ਕਰੂੰਗਾ, ਤੁਸੀਂ ਮੈਂਬਰ ਚੁਣੋ। ਤੁਸੀਂ ਮੈਂਬਰ ਵੇਖੋ, ਉਹਦੀਆਂ ਕੁਆਲਿਟੀਆਂ ਵੇਖੋ, ਉਹਦਾ ਪਿਛੋਕੜ ਦੇਖੋ,
ਕੀ ਉਹ ਕਰਨਾ ਚਾਹੁੰਦਾ, ਉਹਦਾ ਇੰਟੈਂਸ਼ਨ ਦੇਖੋ, ਫਿਰ ਤੁਸੀਂ ਮੈਂਬਰ ਚੁਣੋ। ਤੁਸੀਂ ਇਹ ਨਹੀਂ ਵੀ ਕੋਈ ਵੀ ਤੁਹਾਡੇ ਘਰ ਆ ਗਿਆ ਉਹਨੇ ਤੁਹਾਡੇ ਅਗਰ ਮੰਨ ਲਓ ਕਿ ਤੁਹਾਡੇ ਪਰਸਨਲੀ ਤੁਹਾਡੀ ਹੈਲਪ ਕਰਤੀ ਤਾਂ ਤੁਸੀਂ ਆਪਾਂ ਨੂੰ ਚੁਣ ਲੈਣਾ, ਇਦਾਂ ਨਹੀਂ। ਕਈ ਵਾਰੀ ਇਹ ਜਿਹੜੇ ਮੈਂਬਰ ਹੁੰਦੇ ਨੇ ਪਰਸਨਲੀ ਲੋਕਾਂ ਦੀ ਹੈਲਪ ਕਰਕੇ ਦਿੱਲੀ ਕਮੇਟੀ ਹਥਿਆ ਲੈਂਦੇ ਨੇ, ਉੱਥੇ ਜਾ ਕੇ ਵੱਡੀ ਲੁੱਟ ਖਸੁੱਟ ਹੁੰਦੀ ਆ। ਨਾ ਕਿਹਦਾ ਖਰਾਬ ਹੁੰਦਾ, ਸਿੱਖਾਂ ਦਾ ਮਿਆਰ ਕਿਹਦਾ ਗਿਰਦਾ, ਸਿੱਖੀ ਦਾ। ਪੱਗਾਂ ਕਿਹਦੀਆਂ ਉਛਲਦੀਆਂ ਨੇ ਸਾਡੀਆਂ। ਬਈ ਜਿਹੜੇ ਬੰਦੇ ਕਮੇਟੀ ਦੇ ਵਿੱਚ ਜਾਂ ਆਮ ਤੁਰਿਆ ਫਿਰਦਾ ਦਿੱਲੀ ਦਾ ਆਮ ਸਿੱਖ, ਜਿਹਨੇ ਕਦੇ ਜਿਹੜਾ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ, ਉਹਦਾ ਵੀ ਨਾਂ ਖਰਾਬ ਹੁੰਦਾ, ਉਹਦਾ ਕਿੰਨਾ ਦਿਲ ਦੁਖਦਾ ਉਸ ਵੇਲੇ। ਇਸ ਕਰਕੇ ਮੈਂ ਤਾਂ ਇਸ ਵਾਰੀ ਬੇਨਤੀ ਸੰਗਤ ਨੂੰ ਘਰ ਘਰ ਜਾ ਕੇ ਇਹ ਬੇਨਤੀ ਕਰ ਰਿਹਾ ਵੀ ਤੁਸੀਂ ਅੱਖਾਂ ਖੋਲੋ। ਤੁਸੀਂ ਆਪਣੇ ਨਿੱਜਵਾਦ ਨੂੰ ਅੱਗੇ ਰੱਖ ਕੇ ਮੈਂਬਰ ਨਹੀਂ ਚੁਣਨਾ ਐਤਕੀ। ਤੁਸੀਂ ਦੇਖੋ ਵੀ ਕਿਹੜਾ ਮੈਂਬਰ ਹੈ ਸੇਵਾ ਕਰ ਸਕਦਾ, ਸੇਵਾ ਕੀਤੀ ਆ। ਦੋਸ਼ ਲੱਗੇ ਨੇ, ਕਈਆਂ ਤੇ ਦੋਸ਼ ਲੱਗੇ ਨੇ, ਠੀਕ ਹੈ, ਉਹ ਕਿਸੇ ਨਾ ਕਿਸੇ ਦੀ ਨਾਕਾਮਯਾਬੀ ਰਹੀ, ਜਿਹੜੇ ਜ਼ਿਆਦਾ ਸਾਬਤ ਨਹੀਂ ਹੋ ਸਕੇ। ਦੋਸ਼ ਤਾਂ ਲੱਗੇ ਨੇ, ਇਹ ਤਾਂ ਸੱਚਾਈ ਹੈ ਹੀ ਹੈ, ਜੱਗ ਜਾਹਰ ਗੱਲ ਹੈ, ਇਹਨੂੰ ਛੁਪਾਈ ਨਹੀਂ ਜਾ ਸਕਦੀ, ਸਬੂਤ ਨੇ ਇਹਦੇ ਵਿੱਚ। ਸਾਬਤ ਹੀ ਨਹੀਂ ਹੋਈਆਂ ਚੀਜ਼ਾਂ, ਸਾਬਤ ਨਾ ਹੋਣੇ, ਉਹ ਮੈਨੂਪੂਲੇਟ ਕੀਤੀਆਂ ਗਈਆਂ। ਐਤਕੀ ਵੀ ਡੇਟ ਸੀਗੀ ਇਹ ਚੋਰੀ ਵਾਲੇ ਕੇਸ ਦੀ, ਐਤਕੀ ਵੀ ਡੇਟ ਸੀ 10 ਤਰੀਕ। ਇਹਨਾਂ ਨੇ ਆਪਣੇ ਵਕੀਲ ਦਾ ਉੱਥੇ ਲਾਤੀ ਐਪਲੀਕੇਸ਼ਨ ਕਿ ਉਹ ਮੈਡੀਕਲ ਭੇਜਤਾ ਤਾਂ ਕਿ ਉਹ ਪਹੁੰਚ ਨਹੀਂ ਸਕਿਆ ਉੱਥੇ, ਨਹੀਂ ਤਾਂ ਐਤਕੀ FIR ਹੁੰਦੀ। ਐਤਕੀ ਵੀ ਫੜੀ ਜਾਂਦੀ ਹੈ ਚੋਰੀ। ਇਹ ਮੈਨੂਪੂਲੇਸ਼ਨ ਹੁੰਦੀ ਜਾ ਰਹੀ ਹੈ। ਤਾਂ ਚਲੋ ਕੋਈ ਨਹੀਂ, ਗੁਰੂ ਸਾਹਿਬ ਦੇਖਦੇ ਨੇ। ਸੰਗਤ ਇਸ ਚੀਜ਼ ਤੋਂ ਬੜੀ ਪਰੇਸ਼ਾਨ ਹੈ ਤੇ ਐਤਕੀ ਲੁੱਟ ਖਸੁੱਟ ਚੋਰੀਆਂ ਕਰਨ। ਲੁੱਟ ਖਸੁੱਟ ਕੀਤੀ ਕਿਨੇ ਹੈ? ਜੇ ਤੁਸੀਂ ਕਹਿ ਰਹੇ ਹੋ ਲੁੱਟ ਖਸੁੱਟ ਹੋਈ ਦਿੱਲੀ ਕਮੇਟੀ ਦੇ ਵਿੱਚ, ਤਾਂ ਇਹ ਕੀਤੀ ਕਿਨੇ? ਤੁਸੀਂ ਹੁਣੇ ਨਾਮ ਮੇਰੇ ਮੂੰਹੋਂ ਹੀ ਜ਼ਰੂਰ ਕਢਾਉਣਾ। ਸਬਜ਼ੀ ਚੋਰ ਕੌਣ ਨਹੀਂ ਜਾਂਦਾ ਦਿੱਲੀ ਦੇ ਵਿੱਚ? ਸਬਜ਼ੀ ਚੋਰੀ ਦੇ ਕੇਸ ਜਿਹੜੇ ਨੇ ਕਿੰਨੇ ਪੁਰਾਣੇ ਚੱਲਦੇ ਆ ਰਹੇ ਨੇ, ਜੱਗ ਜਾਹਰ ਰਹੇ, ਚੰਗੀ ਤਰ੍ਹਾਂ ਸਭ ਜਾਣਦੇ ਨੇ। ਤੁਸੀਂ ਮੇਰੇ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਇਸ ਬਾਰੇ। ਉਹ ਕੀ ਸਕੈਮ ਕੀ ਹੈਗਾ ਸਬਜ਼ੀ ਚੋਰੀ ਦਾ? ਸਬਜ਼ੀ ਚੋਰੀ ਦੇ 5 ਕਰੋੜ ਦੇ ਬਿੱਲ ਪਾਏ ਹੋਏ ਨੇ, 4.5 ਕੇ 5 ਕਰੋੜ ਦੇ, ਜਿਹੜੇ ਬਿੱਲ ਪੜ੍ਹੇ ਨਹੀਂ ਜਾਂਦੇ। ਤੇ ਬੰਦਾ ਕਹਿੰਦਾ ਮੈਂ ਪਾਕ ਸਾਫ ਹਾਂ ਜੀ, ਮੇਰੇ ਤੇ ਤਾਂ ਕੋਈ ਦੋਸ਼ ਨਹੀਂ ਲੱਗਿਆ ਹੋਇਆ। ਉਹਦੇ 'ਚ ਇਹ ਨਹੀਂ ਪਤਾ ਲੱਗਦਾ ਬਿੱਲ ਦੇ ਵਿੱਚ ਕਿ ਕੀ ਮੰਗਾਇਆ, ਕਿਹੜੀ ਸਬਜ਼ੀ ਆਈ ਹੈ। ਅੱਛਾ ਇਹ ਛੱਡੋ, ਇਹ ਨਹੀਂ ਪਤਾ ਲੱਗਦਾ ਵੀ ਕਿਸ ਲੈਂਗੁਏਜ 'ਚ ਬਿੱਲ ਪਾਇਆ ਹੋਇਆ ਉਹ, ਤੇ ਇਹ 'ਚ ਤਾਂ ਇੰਟੈਂਸ਼ਨ ਸਾਫ਼ ਪਤਾ ਲੱਗਦੀ ਹੈ ਜੀ। ਤੇ ਇਹ ਚੀਜ਼ ਸੰਗਤ ਸਮਝੇ। ਉੱਥੋਂ ਹੀ ਸਾਰਾ ਸਕੈਮ ਚਾਲੂ ਹੋਇਆ। ਉੱਥੋਂ ਹੀ ਬੰਦੇ ਨੇ 4-5 ਕਰੋੜ ਰੁਪਇਆ ਕੱਢ ਲਿਆ, ਉਹਦੇ ਨਾਲ ਗੇਮ ਖੇਲਣੀ ਸ਼ੁਰੂ ਕਰਤੀ। ਉਹ ਵੱਧਦਾ ਅੱਗੇ ਵੱਧਦਾ ਚਲਾ ਗਿਆ। ਜੇ ਉੱਥੇ ਹੀ ਖੁੰਬ ਠੱਪੀ ਜਾਂਦੀ ਤੇ ਅੱਜ ਇਹ ਕੰਮ ਇੰਨਾ ਵੱਧਦਾ ਨਾ, ਇੰਨਾ ਸਾਡਾ ਨਾਮ ਬਦਨਾਮ ਹੁੰਦਾ ਨਾ। ਪਰ ਕਈ ਵਾਰ ਪਾਰਟੀ ਬਦਲੀ ਉਹਨਾਂ ਨੇ, ਫਿਰ ਦੁਬਾਰਾ ਹੁਣ ਸਰਨਾ ਸਾਹਿਬ ਦੇ ਨਾਲ ਜਾ ਜੁੜੇ ਹੈ। ਜੇ ਗਲਤ ਹੁੰਦੇ ਤਾਂ ਫਿਰ ਸਰਨਾ ਸਾਹਿਬ ਦੁਬਾਰਾ ਕਿਉਂ ਲੈਂਦੇ ਉਹਨਾਂ ਨੂੰ? ਇਹ ਤਾਂ ਮੈਨੂੰ ਵੀ ਪਤਾ ਨਹੀਂ ਲੱਗਦਾ। ਬਈ ਜਿਨ੍ਹਾਂ ਦਾ ਹੁੰਦਾ ਧੰਦਾ, ਵੀ ਇਸ ਦੁਕਾਨ ਤੋਂ ਜਾਂ ਇਸ ਵੈਂਡਰ ਤੋਂ ਸਾਨੂੰ ਆਰਡਰ ਨਹੀਂ ਮਿਲ ਰਿਹਾ, ਦੂਜੇ ਤੋਂ ਲੈ ਲਓ, ਦੂਜੇ ਤੋਂ ਨਹੀਂ ਮਿਲ ਰਿਹਾ, ਤੀਜੇ ਤੋਂ ਲੈ ਲਓ। ਇਹੀ ਇੱਕ ਚੱਲਦਾ ਰਿਹਾ। ਇਹ ਪਾਰਟੀ ਆ ਸਪੋਰਟ ਨਹੀਂ ਕਰ ਰਹੀ, ਦੂਜੀ ਪਾਰਟੀ ਫੜ ਲਓ, ਦੂਜੀ ਨਹੀਂ ਕਰ ਰਹੀ, ਤੀਜੀ ਫੜ ਲਓ, ਤੀਜੀ ਨਹੀਂ ਫੜੀ, ਚੌਥੀ ਫੜ ਲਓ। ਤੇ ਅੱਜ ਹੁਣ ਮੈਂ ਸੁਣਿਆ ਵੀ ਇਸ ਇਲੈਕਸ਼ਨ ਤੋਂ ਬਾਅਦ ਉਹ ਦੂਜੀ ਇੱਕ ਨਵੀਂ ਪਾਰਟੀ ਜਾਣ ਨੂੰ ਤਿਆਰ ਬੈਠੇ ਨੇ। ਸੋ ਉਹਨਾਂ ਦਾ ਧੰਦਾ ਹੈ ਜੀ ਇਹ। ਸੇਵਾ ਸੁਵਾ ਕੋਈ ਨਹੀਂ ਲਿਖਿਆ ਹੁੰਦਾ ਉਹਨਾਂ ਦੇ ਪੋਸਟਰਾਂ ਤੇ, ਕੇਵਲ ਸੱਚੀ ਸੁੱਚੀ ਸੇਵਾ। ਮੈਨੂੰ ਦੱਸ ਦਿਓ ਸੇਵਾ ਕਰਨ ਵਾਲਾ ਬੰਦਾ ਇੰਨੀਆਂ ਚਾਲਾਂ ਨਹੀਂ ਚੱਲਦਾ। ਮੈਂ ਉਸ ਇਲਾਕੇ 'ਚ ਨਵਾਂ ਗਿਆ, ਮੇਰੇ ਹਰ ਜਗ੍ਹਾ ਤੋਂ ਪੋਸਟਰ ਪੜਵਾਤੇ, ਪੈਸੇ ਦੇ ਕੇ ਪੋਸਟਰ ਪੜਵਾਤੇ, ਬੈਨਰ ਉਤਰਵਾਤੇ। ਇੱਕ ਇਲਾਕੇ ਦੇ ਵਿੱਚ ਜਿੱਥੇ ਉਹ ਬੰਦਾ 15 ਸਾਲ ਤੋਂ ਜਿੱਤਦਾ ਆ ਰਿਹਾ, ਗੱਲ ਸੁਣਿਓ ਧਿਆਨ ਨਾਲ, 15 ਸਾਲ ਤੋਂ ਬੰਦਾ ਜਿੱਤਦਾ ਆ ਰਿਹਾ, ਗਲੀ ਗਲੀ ਕੂਚਾ ਕੂਚਾ ਇੱਕ ਇੱਕ ਖੰਭਾ ਉਹਨਾਂ ਨੇ ਆਪਣੇ ਬੈਨਰਾਂ ਨਾਲ ਭਰਤਾ। ਵੀ ਜਿਸ ਇਲਾਕੇ ਤੁਸੀਂ 15 ਸਾਲ ਤੋਂ ਬੈਠੇ ਹੋ, ਤੁਹਾਨੂੰ ਕੋਈ ਜਾਣਦਾ ਨਹੀਂ ਉੱਥੇ, ਤੁਸੀਂ ਇੰਨੇ ਪੋਸਟਰ ਬੈਨਰ ਲਾਤੇ। ਵੀ ਬੈਨਰ ਤਾਂ ਮੇਰੇ ਲੱਗਣ, ਪੋਸਟਰ ਮੇਰੇ ਲੱਗਣ, ਵੀ ਮੈਨੂੰ ਕੋਈ ਜਾਣਦਾ ਨਹੀਂ, ਇਹ ਫਲਾਣਾ ਸਿੰਘ ਆ, ਇਹਦੀ ਫਲਾਣੀ ਪਾਰਟੀ ਹੈ, ਫਲਾਣਾ ਇਹਦਾ ਚੋਣ ਨਿਸ਼ਾਨ ਹੈ, ਇਹ ਲੋਕਾਂ ਨੂੰ ਪਤਾ ਲੱਗੇ। ਤੁਸੀਂ ਆਪਣੇ ਭਰਤੀ, ਇਹਦਾ ਮਤਲਬ ਸੱਚੀ ਇਸ ਬਾਰੇ ਗਰੰਟੀ ਹੈ ਤੁਹਾਨੂੰ ਕੋਈ ਜਾਣਦਾ ਹੀ ਨਹੀਂ ਉੱਥੇ, ਤੁਹਾਨੂੰ ਕੋਈ ਪਿਆਰ ਨਹੀਂ ਕਰਦਾ। ਤੁਸੀਂ ਇੰਨੇ ਘਬਰਾ ਗਏ ਵੀ ਯਾਰ ਜੇ ਪੋਸਟਰ ਜਸਪ੍ਰੀਤ ਦੇ ਲੱਗੇ ਮੈਂ ਕਿਤੇ ਹਾਰ ਨਾ ਜਾਵਾਂ। ਵੀ 15 ਸਾਲ 'ਚ ਜੇ ਤੁਸੀਂ ਆਪਣਾ ਕੈਡਰ ਖੜਾ ਕੀਤਾ ਹੁੰਦਾ ਤੇ ਤੁਸੀਂ ਇੰਨੇ ਤੁਹਾਨੂੰ ਹੱਥਾਂ ਪੈਰਾਂ ਦੀ ਪੈਂਦੀ ਨਾ। ਜੋ ਚਾਲਾਂ ਤੁਸੀਂ ਮੇਰੇ ਨਾਲ ਚੱਲਦੇ ਪਏ ਹੋ, ਇਹ ਗੱਲ ਤੇ ਤਾਂ ਗਰੰਟੀ ਹੈ ਸਾਡੀ ਜਿੱਤ ਪੱਕੀ ਹੈ। ਤੁਹਾਡੀਆਂ ਚੱਲੀਆਂ ਹੋਈਆਂ ਚਾਲਾਂ ਦੱਸ ਰਹੀਆਂ ਨੇ ਤੁਸੀਂ ਅੰਦਰੋਂ ਕਿੰਨੇ ਸੱਚੇ ਸੁੱਚੇ ਹੋ। ਉਹਨਾਂ ਨੇ ਜਿਹੜਾ ਬੈਲਟ ਪੇਪਰ ਵੀ ਤਿਆਰ ਕੀਤਾ ਨਾ ਜੀ, ਬੈਲਟ ਪੇਪਰ ਦੇ ਵਿੱਚ ਮੇਰੇ ਨਾਂ ਦੇ 2 ਬੰਦੇ ਖੜੇ ਕੀਤੇ ਨੇ, ਜਸਪ੍ਰੀਤ ਸਿੰਘ ਨਾਮ ਦੇ, ਤਾਂ ਕਿ ਜਿਹੜੇ ਬਜ਼ੁਰਗ ਜਿਹੇ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਮੋਟੇ ਮੋਟੇ ਚਸ਼ਮੇ ਲੱਗੇ ਨੇ, ਉਹਨਾਂ ਨੂੰ ਇਹ ਕਨਫਿਊਜ਼ਨ ਹੋ ਜਾਏ ਵੀ ਜਸਪ੍ਰੀਤ ਸਿੰਘ ਪਤਾ ਨਹੀਂ ਕਿਹੜਾ ਗਲਤ ਮੋੜ ਪੈ ਜੇ। ਇੱਥੋਂ ਪਤਾ ਲੱਗਦਾ ਤੁਸੀਂ ਸੇਵਾ ਨਹੀਂ ਕਰਨਾ ਹੈ, ਤੁਸੀਂ ਚਾਲਾਂ ਚੱਲਣ ਆਏ ਹੋ। ਐਤਕੀ ਚਾਲਾਂ ਚੱਲਣ ਆਏ ਹੋ, ਪਰ ਟਿਕਣ ਨਹੀਂ ਦੇਣਾ, ਘਰ ਛੱਡ ਕੇ ਆਵਾਂਗੇ। ਦੱਸੋ ਕਿ ਗੁਰੂ ਘਰ ਦੀਆਂ ਚੋਣਾਂ 'ਚ ਇਹ ਸਭ ਕਿਉਂ ਹੁੰਦਾ ਹੈ? ਇੱਥੋਂ ਤੱਕ ਵੀ ਸੁਣਨ 'ਚ ਆਇਆ ਕਿ ਸ਼ਰਾਬਾਂ ਤੱਕ ਵੰਡੀਆਂ ਜਾਂਦੀਆਂ, ਪੈਸਾ ਤੱਕ ਵੰਡਿਆ ਜਾਂਦਾ ਹੈ। ਗੁਰੂ ਘਰ ਦੀਆਂ ਚੋਣਾਂ 'ਚ ਇਹ ਸਭ ਕੁਝ? ਅਸੀਂ ਗੋਡ ਫੀਅਰਿੰਗ ਬੰਦੇ ਹਾਂ, ਪਰਮਾਤਮਾ ਦਾ ਓਟ ਆਸਰਾ ਲੈ ਕੇ ਹਮੇਸ਼ਾ ਚੱਲਦੇ ਹਾਂ। ਜਦੋਂ ਮੈਂ ਵੀ ਇਹ ਚੀਜ਼ ਇੱਥੇ ਜਾ ਕੇ ਦੇਖੀਆਂ ਨਾ ਉਸ ਇਲਾਕੇ ਦੇ ਵਿੱਚ, ਬੜਾ ਦਿਲ ਦੁਖਿਆ ਕਿ ਹਾਲ ਕੀ ਕਰਤਾ ਇਲਾਕੇ ਦਾ। ਸੰਗਤ ਵੀ ਕਿਸੇ ਨਾ ਕਿਸੇ ਤਰੀਕੇ ਗਲਤੀ ਕਰ ਗਈ ਉੱਥੇ, ਕੋਈ ਕੁਝ ਕਾਰਨ ਜੋ ਵੀ ਰਹੇ ਹੋਣ।
ਸ਼ਰਾਬਾਂ ਵੰਡ ਰਹੇ ਨੇ ਦੱਬ ਕੇ, ਪੈਸਾ ਵੰਡਦੇ ਨੇ ਦੱਬ ਕੇ। ਮੈਨੂੰ ਹਮੇਸ਼ਾ ਇਲਾਕੇ ਦਾ ਵੋਟਰ ਉੱਥੇ ਕਹਿੰਦਾ ਹੈ, ਭਾਜੀ ਇਹਨਾਂ ਨੇ ਨਾ ਅਖੀਰਲੇ 2-3 ਦਿਨ ਚ ਗੇਮ ਪਲਟਣ ਦੀ ਕੋਸ਼ਿਸ਼ ਕਰਨੀ ਹੈ। ਮੈਂ ਕਿਹਾ ਪਤਾ ਨਹੀਂ ਇਹਨਾਂ ਨੇ ਕਿਹੜਾ ਇਹੋ ਜਿਹਾ ਮੈਨੀਫੈਸਟੋ ਲੈਣਾ ਵੀ ਜਿਹੜੀ ਗੇਮ ਪਲਟ ਜੂਗੀ। ਕਹਿੰਦਾ ਵੀ ਇੰਨੀ ਮੈਨੀਫੈਸਟੋ ਨਹੀਂ, ਇਹਨਾਂ ਨੇ ਪੈਸਾ ਹੀ ਇੰਨਾ ਵੰਡ ਦੇਣਾ ਇਸ ਇਲਾਕੇ ਦੇ ਵਿੱਚ। ਵੀ ਇਹ ਸੱਚ ਹੈ? ਗੁਰੂ ਘਰ ਦੀ ਚੋਣਾਂ 'ਚ ਪੈਸਾ ਵੰਡਿਆ ਜਾਂਦਾ ਹੈ, ਸ਼ਰਾਬ ਵੰਡੀ ਜਾਂਦੀ ਬਿਲਕੁਲ ਵੰਡਦੇ ਨੇ ਲੋਕ, ਬਿਲਕੁਲ ਵੰਡਦੇ ਨੇ। ਇੱਕ ਗੱਲ ਦੱਸੋ, ਜਦੋਂ ਆਪਾਂ ਚੱਲੇ ਹਾਂ ਸੇਵਾ ਕਰਨ ਵਾਸਤੇ, ਅਗਰ ਆਪਾਂ ਸੇਵਾ ਕਰਨ ਚੱਲੇ ਹਾਂ ਤੇ ਸੇਵਾ ਤਾਂ ਆਪਾਂ ਪੈਸਾ ਲਾ ਕੇ ਆਪਾਂ ਸੇਵਾ ਕਰਨੀ ਕਿੰਨਾ ਔਖਾ ਕੰਮ ਹੈ ਨਾ ਜੀ। ਇਹ ਕੋਈ ਜੱਚਦੀ ਵੀ ਨਹੀਂ ਗੱਲ। ਹੁਣ ਇਹ ਪਾਣੀ ਵਾਂਗੂ ਪੈਸਾ ਲਾਉਂਦੇ ਨੇ, ਲੱਗ ਰਿਹਾ ਉੱਥੇ ਪੈਸਾ। ਮੈਨੂੰ ਤੇ ਹੁਣ ਪਤਾ ਲੱਗਿਆ ਨਾ ਉੱਥੇ ਜਾ ਕੇ, ਪਾਣੀ ਵਾਂਗੂ ਪੈਸਾ ਲਾ ਰਹੇ ਨੇ, ਜਾ ਕੇ ਉੱਥੇ ਸੇਵਾ ਕਰਨੀ ਆ। ਅੱਛਾ, ਜੇ ਤੇ ਅਗਰ ਤੁਸੀਂ ਕੈਪੇਬਲ ਸਮਰੱਥ ਹੋ ਇਸ ਗੱਲ ਦੇ ਤੇ ਤੁਸੀਂ ਚੱਲ ਜਾਓਗੇ, ਚੱਲ ਕੋਈ ਨਹੀਂ ਆਪਾਂ ਇੱਕ ਵਾਰੀ ਸੀਟ ਤੇ ਆ ਗਿਆ, ਹੁਣ ਆਪਾਂ ਕੋਸ਼ਿਸ਼ ਕਰੀਏ ਸਫਾਈ ਕਰਨੀ ਸ਼ੁਰੂ ਕਰੀਏ, ਜਿੰਨੀ ਹੋ ਸਕੇ ਆਪਾਂ ਲੁੱਟ ਖਸੁੱਟ ਬੰਦ ਕਰਾਈਏ। ਜਿਹੜਾ ਤਾਂ ਸਮਰੱਥ ਹੈਗਾ ਉਹ ਚੱਲ ਜਾਊ, ਜਿਹੜਾ ਹੈ ਨਹੀਂ ਉਹ ਕੀ ਕਰੂਗਾ? ਉਹ ਤਾਂ ਉੱਥੋਂ ਹੀ ਕੱਢੂਗਾ ਪੈਸਾ। ਤੇ ਫਿਰ ਚੋਰੀ ਕਿਹਨੇ ਸ਼ੁਰੂ ਕਰਾਈ? ਪਰ ਇਹ ਦੌੜ ਕਿਉਂ ਹੈ? ਜੇ ਕੋਈ ਇੰਨਾ ਪੈਸਾ ਲਾ ਕੇ ਚੋਣ ਲੜਦਾ ਹੈ ਗੁਰੂ ਘਰ ਦੀ, ਤੁਸੀਂ ਕਹਿ ਰਹੇ ਹੋ ਕਿ ਕਰਨੀ ਤਾਂ ਸੇਵਾ ਹੈ ਜਾ ਕੇ, ਫਿਰ ਉਹ ਤਾਂ ਜਾ ਕੇ ਵਾਪਸੀ ਵੀ ਲੱਭੂਗਾ ਕੱਲ ਨੂੰ ਜੇ ਕੋਈ ਇੰਨਾ ਪੈਸਾ ਲਾ ਕੇ ਜਿੱਤ ਰਿਹਾ। ਬਿਲਕੁਲ ਬਿਲਕੁਲ। ਇਹਦਾ ਰੀਜ਼ਨ ਮੈਂ ਇੱਕ ਲੱਭਿਆ ਜੀ। ਇਹਦਾ ਰੀਜ਼ਨ ਹੈ, ਇਸ ਬੰਦੇ ਨੇ ਕੀ ਕਰਨਾ, ਇਸ ਪੌੜੀ ਤੋਂ ਚੜ੍ਹ ਕੇ ਅੱਗੇ ਕਾਉਂਸਲਰ ਦੀ ਪੌੜੀ ਤਿਆਰ ਖੜੀਆਂ ਕਰਨੀ ਇਹਨਾਂ ਨੇ। ਹੁਣ ਕਾਉਂਸਲਰ ਤੱਕ ਪਹੁੰਚਣ ਵਾਸਤੇ ਸੋਚਦੇ ਵੀ ਸਾਡਾ ਇੰਨਾ ਬੇਸ ਬਣਿਆ ਹੋਵੇ ਕਿ ਆਪਾਂ ਇਹ ਇਲੈਕਸ਼ਨ ਜਿੱਤੀਏ, ਅਗਲੀ ਕਾਉਂਸਲਰ ਦੀ ਤਿਆਰ ਖੜੀ ਆ, ਉੱਥੋਂ ਪੈਸਾ ਇਹਨਾਂ ਨੇ ਕੱਢ ਲੈਣਾ, ਉੱਥੋਂ ਗੁਰਦੁਆਰੇ ਚੋਂ ਕੱਢਣੇ ਆ, ਉੱਥੋਂ ਕੱਢਣ। ਇਹ ਇਹਨਾਂ ਦਾ ਮੋਟੋ ਹੁੰਦਾ ਜੀ। ਜੇ ਕਰਨੀ ਹੋਵੇ ਸੇਵਾ ਤਾਂ ਬੰਦਾ ਛੱਡ ਕੇ ਪਰਾਂ ਹੋ ਜੇ, ਨਹੀਂ ਭਾਈ ਮੇਰੇ ਤੋਂ ਨਹੀਂ ਹੁੰਦੀ ਸੇਵਾ, ਇਹ ਤੁਸੀਂ ਕਰ ਲਓ। ਆਪਾਂ ਗੁਰਦੁਆਰੇ ਸੇਵਾ ਕਰਨ ਜਾਂਦੇ ਆ, ਲੰਗਰ ਦੀ ਬਾਲਟੀ ਫੜਦੇ ਆ ਹੱਥ 'ਚ। ਜੇ ਤੁਸੀਂ ਥੱਕ ਜਾਂਦੇ ਤੁਸੀਂ ਕਹਿੰਦੇ ਲੈ ਭਾਈ ਤੂੰ ਕਰ ਲੈ ਹੁਣ, ਤੇ ਜੇ ਵੇਚਣੀ ਹੋਵੇ ਉਹ ਦਾਲ ਤੇ ਤੁਸੀਂ ਬਾਲਟੀ ਛੱਡੋਗੇ ਆਪਣੇ ਉੱਥੋਂ। ਇਹ ਉਹੀ ਕੰਮ ਆ। ਇਹਨਾਂ ਨੇ ਉੱਥੋਂ ਲੁੱਟ ਖਸੁੱਟ ਹੋਣੀ ਹੈ, ਧੰਦਾ ਕਰਨਾ ਉੱਥੋਂ ਦੀ। ਤੇ ਇਸ ਕਰਕੇ ਹੁਣ ਇਹ ਕਿਸੇ ਵੀ ਤਰੀਕੇ ਨਾਲ ਇਹ ਚੋਣ ਜਿੱਤਣੀ ਚਾਹੁੰਦੇ ਨੇ, ਔਰ ਕਿਸੇ ਵੀ ਤਰੀਕੇ ਨਾਲ ਇਹ ਉਹਨੂੰ ਛੱਡਣਾ ਨਹੀਂ ਚਾਹੁੰਦੇ ਆਪਣੀ ਸੀਟ ਨੂੰ। ਪਰ ਤੁਸੀਂ ਫਿਰ ਕਿਉਂ ਇਨੀਸ਼ੀਏਟ? ਕਿਉਂਕਿ ਪਹਿਲੀ ਵਾਰ ਤੁਸੀਂ ਆ ਰਹੇ ਹੋ, ਪਹਿਲਾਂ ਤੁਹਾਡਾ ਇਤਿਹਾਸ ਨਹੀਂ ਹੈਗਾ, ਤੁਸੀਂ ਸਿਆਸਤ ਨਹੀਂ ਕੀਤੀ, ਔਰ ਫਿਰ ਜਿੱਤੋਗੇ ਕਿਵੇਂ? ਦੇਖੋ, ਜਿੱਤਾਂਗੇ ਕੂੜ ਨਿਖੁੱਟਿਆ ਨਾਨਕਾ, ਓੜਕ ਸੱਚ ਰਹੀ। ਆਪਾਂ ਸੱਚੇ ਮਨ ਨਾਲ ਇਲੈਕਸ਼ਨ ਲੜ ਰਹੇ ਹਾਂ ਔਰ ਸੇਵਾ ਵੀ ਕਰਨੀ ਆ। 100% ਮੈਨੂੰ ਗੁਰੂ ਤੇ ਯਕੀਨ ਹੈ ਕਿ ਆਪਾਂ ਇਲੈਕਸ਼ਨ ਜਿੱਤਾਂਗੇ, ਕਿਉਂਕਿ ਸੰਗਤ ਨੂੰ ਚਾਹੀਦੇ ਇਸ ਟਾਈਮ ਉਹ ਬੰਦੇ ਜਿਹੜੇ ਕਿ ਪਾਰਟੀ ਨੂੰ ਸੰਭਾਲ ਸਕਣ, ਐਜੂਕੇਸ਼ਨ ਨੂੰ ਸੰਭਾਲ ਸਕਣ, ਜਿਨ੍ਹਾਂ ਨੂੰ ਧਰਮ ਦੀ ਨੌਲੇਜ ਹੋਵੇ, ਗੁਰਬਾਣੀ ਦੀ ਨੌਲੇਜ ਹੋਵੇ। ਧਾਰਮਿਕ ਇਲੈਕਸ਼ਨ ਹੈ, ਧਰਮ ਦੀ ਨੌਲੇਜ ਹੈ ਨਹੀਂ, ਤੁਸੀਂ ਧਾਰਮਿਕ ਇਲੈਕਸ਼ਨ ਲੜਨ ਆ ਗਏ, ਤੁਸੀਂ ਕਿੱਦਾਂ ਜਿੱਤੋਗੇ? ਹੁਣ ਉਹ ਦੱਸੇ ਮੇਰੇ ਅੱਗੇ ਕਿੱਦਾਂ ਜਿੱਤੂਗਾ? ਵੀ ਇਲੈਕਸ਼ਨ ਧਰਮ ਦੀ ਆ, ਤੁਸੀਂ ਇਸ ਪਿੱਚ ਤੇ ਗੱਲ ਕਰੋ ਮੇਰੇ ਨਾਲ। ਤੁਸੀਂ ਮੇਰੇ ਨਾਲ ਇਹ ਨਾ ਗੱਲ ਕਰੋ ਵੀ ਮੈਂ ਆਹ ਕੰਮ ਕੀਤਾ ਜਾਂ ਮੈਂ ਉਹਦੀ ਹੈਲਪ ਕੀਤੀ, ਮੈਂ ਉਹਦੇ ਭੋਗ ਤੇ ਚਲੇ ਗਿਆ, ਮੈਂ ਉਹਨੂੰ ਆ 5000 ਦੀ ਮਦਦ ਕਰਤੀ, ਜਾਂ ਉਹਨੂੰ ਮੈਂ ਉਹਦੀ ਬੈਟ ਬਾਲ ਦੀ ਕਿੱਟ ਲੈਤੀ, ਮੈਂ ਗੱਤਕੇ ਦੀ ਕਿੱਟ ਲੈਤੀ। ਮੈਨੂੰ ਦੱਸ, ਧਾਰਮਿਕ ਇਲੈਕਸ਼ਨ ਹੈ, ਗੁਰਦੁਆਰੇ ਦੀ ਇਲੈਕਸ਼ਨ ਹੈ, ਤੁਸੀਂ ਸੈਕਟਰੀ ਹੋ ਗੁਰਦੁਆਰੇ ਦੇ, ਤੁਸੀਂ ਦੱਸੋ ਤੁਹਾਨੂੰ ਧਰਮ ਦੀ ਕਿੰਨੀ ਨੌਲੇਜ? ਆਓ ਬੈਠੋ ਮੇਰੇ ਨਾਲ ਗੱਲ ਕਰੋ। ਜੋ ਬੰਦਾ ਤਿੰਨ ਵਾਰ ਜਿੱਤੇ ਨੇ ਮੇਰੇ ਖਿਆਲ ਉਹ ਧਰਮ ਦੀ ਨੌਲੇਜ ਨਹੀਂ ਰੱਖਦੇ ਹੋਣਗੇ ਤਾਂ ਸੰਗਤ ਐਵੇਂ ਹੀ ਜਿਤਾ ਰਹੀ ਹੈ। ਮੇਰੀ ਗੱਲ ਸੁਣੋ, ਜਦੋਂ ਉਹ ਗੱਲ ਕਰਦੇ ਨੇ ਸਟੇਜ ਦੇ ਉੱਪਰ, ਕਦੇ ਸੁਣੀ ਆ ਉਹਨਾਂ ਦੇ ਮੂੰਹੋਂ? ਕਦੇ ਤੁਸੀਂ ਕੋਈ ਧਰਮ ਦੀ ਗੱਲ ਸੁਣੀ ਆ? ਜੇ ਧਰਮ ਦੀ ਨੌਲੇਜ ਹੋਵੇ ਨਾ, 15 ਸਾਲ ਲੱਗੇ ਹੋਣ ਤੇ ਇਲਾਕੇ ਦਾ ਇਹ ਹਾਲ ਨਾ ਹੋਵੇ। ਚਲੋ ਮੈਂ ਤੁਹਾਨੂੰ ਲੈ ਕੇ ਚੱਲਾਂ ਗੁਰਦੁਆਰਿਆਂ ਦੇ ਵਿੱਚ, ਇੱਕ ਵੀ ਗੁਰਦੁਆਰੇ 'ਚ ਦੱਸੋ ਕਿਤੇ ਕੋਈ ਧਾਰਮਿਕ ਦੀ ਕਲਾਸ ਲੱਗੀ ਹੋਵੇ, ਗੁਰਮਤਿ ਦੀ ਕਲਾਸ ਲੱਗੀ ਹੋਵੇ, ਕੋਈ ਕੀਰਤਨ ਦਰਬਾਰ ਕਰਾਇਆ ਹੋਵੇ? ਇਹ ਇਲੈਕਸ਼ਨਾਂ ਦੇ ਵਿੱਚ ਕੀਰਤਨ ਦਰਬਾਰ ਹੋ ਰਹੇ ਨੇ ਕੇਵਲ ਸੰਗਤ ਦੇ ਰੂਬਰੂ ਹੋਣ ਦੇ ਲਈ। ਕਿਸੇ ਗੁਰਦੁਆਰੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ ਪੜ੍ਹਨੀ। ਕਮੇਟੀ ਤਾਂ ਤੁਹਾਡੀ ਪਾਰਟੀ ਦੀ ਹੈ, ਫਿਰ ਪ੍ਰਧਾਨ ਮਨਜਿੰਦਰ ਸਰਸਾ ਨੇ, ਜ਼ਿੰਮੇਵਾਰੀ ਉਹਨਾਂ ਦੀ ਹੈ ਫਿਰ ਤਾਂ। ਬਈ ਮੈਂਬਰ ਕੌਣ ਆ ਉੱਥੋਂ ਦੀ? ਮੈਂਬਰ ਤਾਂ ਇਹੀ ਨੇ। ਤੇ ਇਹ ਮੈਂਬਰ ਦਾ ਫਰਜ਼ ਹੁੰਦਾ ਆਪਣਾ ਇਲਾਕਾ ਸਾਂਭਣਾ। ਹੁਣ ਮੈਂਬਰ ਕੀ ਕਰੇ? ਮੈਂਬਰ ਕਦੇ ਕਿਸੇ ਪਾਰਟੀ 'ਚ, ਕਦੇ ਕਿਸੇ ਪਾਰਟੀ 'ਚ, ਕਦੇ ਕਿਸੇ ਪਾਰਟੀ 'ਚ। ਪਾਰਟੀਆਂ ਵੀ ਪਰੇਸ਼ਾਨ ਹੋ ਗਈਆਂ ਵੀ ਉਸ ਇਲਾਕੇ ਦੇ ਵਿੱਚ ਅਸੀਂ ਜਾਈਏ ਤਾਂ ਜਾਈਏ ਕਿੱਦਾਂ, ਕਿਹਨੂੰ ਸਪੋਰਟ ਕਰੀਏ? ਉਸ ਪਾਰਟੀ ਦੇ ਨਾਲ ਜਿਹੜੀ ਵੀ ਦਿੱਲੀ ਦੀ ਮੌਜੂਦਾ ਕਮੇਟੀ ਰਹੀ ਆ, ਉਹਦੇ ਨਾਲ ਉਸ ਪਾਰਟੀ ਦਾ ਕੋਈ ਇਲਾਕੇ ਦਾ ਕੋਈ ਬੰਦਾ ਹੀ ਨਹੀਂ ਜੁੜਿਆ ਹੋਇਆ। ਉਹ ਬੰਦੇ ਸਾਰੇ ਮੈਂਬਰ ਨਾਲ ਜੁੜੇ ਹੋਏ ਨੇ। ਮੈਂਬਰ ਜਿੱਦਾਂ ਨੂੰ ਕੰਨ ਫੜ ਕੇ ਲੈ ਜਾਂਦਾ ਉਦੋਂ ਤੁਰ ਪੈਂਦੇ ਨੇ। ਤੁਹਾਡੇ ਨਾਲ ਕਿਵੇਂ ਜੁੜਨਗੇ ਫਿਰ ਲੋਕ? ਸਾਡੇ ਨਾਲ ਲੋਕ ਜੁੜਨਗੇ ਨਹੀਂ, ਜੁੜ ਗਏ ਨੇ। ਉਹ ਸਾਡੀ ਧਾਰਮਿਕ ਭਾਵਨਾ ਨੂੰ ਵੇਖ ਕੇ ਜੁੜੇ ਨੇ, ਬਹੁਤ ਪਿਆਰ ਵੀ ਕਰਦੇ ਨੇ। ਔਰ ਐਤਕੀ ਹਰ ਜਗ੍ਹਾ ਤੋਂ ਸਾਨੂੰ ਬੜੀ ਸਪੋਰਟ ਵੀ ਮਿਲੀ, ਲੋਕ ਅਰਦਾਸਾਂ ਕਰਦੇ ਨੇ। ਤੇ ਉਹਦੇ ਨਾਲ ਸਾਡਾ ਵੀ ਮਨੋਬਲ ਵਧਿਆ ਕਿ ਚਲੋ ਹੁਣ ਆਪਾਂ ਨੂੰ ਗੁਰੂ ਸਾਹਿਬ ਐਤਕੀ ਸੇਵਾ ਬਖਸ਼ਣਗੇ। ਗੁਰਮਤ ਵਾਸਤੇ ਤੁਹਾਡਾ ਫਿਰ ਕੀ ਪਲਾਨ ਹੈ? ਤੁਸੀਂ ਕੀ ਐਸਾ ਕਰੋਗੇ ਜੋ ਪਹਿਲਾਂ ਨਹੀਂ ਹੋਇਆ? ਗੁਰਮਤ ਵਾਸਤੇ ਅਸੀਂ ਸਭ ਤੋਂ ਵੱਡਾ ਜੋ ਮੇਰਾ ਪਲਾਨ ਆ ਉਹ ਅਸੀਂ ਕਰਾਂਗੇ, ਦਿੱਲੀ ਦੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਦੇ ਵਿੱਚ ਐਟਲੀਸਟ ਗੁਰਮਤ ਦੀਆਂ ਕਲਾਸਾਂ ਲੱਗਣ।
ਇੱਕ ਐਸਾ ਆਪਾਂ ਰੂਲ ਤੈਅ ਕਰੀਏ ਵੀ ਦਿੱਲੀ ਗੁਰਦੁਆਰੇ ਜਿਹੜੇ ਨੇ ਜਿੰਨੇ ਵੀ ਉਹਦੇ ਵਿੱਚ ਜਿੰਨੇ ਵੀ ਪ੍ਰਧਾਨ ਜਾਂ ਕਮੇਟੀ ਚੁਣੀ ਜਾਂਦੀ ਹੈ ਉਹਦੇ ਵਿੱਚ ਕਿਸੇ ਨਾ ਕਿਸੇ ਨੂੰ ਗੁਰਮਤਿ ਦੀ ਨੌਲੇਜ ਹੋਵੇ, ਤਾਂ ਕਿ ਉੱਥੇ ਦੇ ਇਲਾਕਾ ਜਿਹੜਾ ਹੈਗਾ ਹਰ ਗੁਰਦੁਆਰੇ ਦਾ ਪ੍ਰਧਾਨ ਆਪਣੇ ਇਲਾਕੇ ਦੀ ਸੰਗਤ ਨੂੰ ਚੈੱਕ ਕਰੇ ਵੀ ਸਾਡੇ ਪਿਛਲੇ ਸਾਲ ਤੋਂ ਹੁਣ ਦੇ ਵਿੱਚ ਸਾਡੇ ਇਲਾਕੇ 'ਚ ਧਰਮ ਦਾ ਪ੍ਰਚਾਰ ਹੋਇਆ ਕਿ ਨਹੀਂ ਹੋਇਆ, ਸਿੱਖੀ ਥੋੜੀ ਜਿਹੀ ਪ੍ਰਫੁੱਲਤ ਹੋਈ ਹੈ ਕਿ ਨਹੀਂ ਹੋਈ, ਇਹ ਚੀਜ਼ ਚੈੱਕ ਕਰਨੀ ਪਊਗੀ। ਉਹਨਾਂ ਤੇ ਬੰਦਾ ਛੱਡਣਾ ਪਊਗਾ। ਹਲੇ ਤਾਂ ਇਸ ਪਾਸੇ ਕੋਈ ਹੈ ਹੀ ਨਹੀਂ। ਫਿਰ ਕਿਸ ਪਾਸੇ ਹੈ? ਹਲੇ ਤਾਂ ਸਾਰੇ ਰਾਜਨੀਤੀ ਪਾਸੇ ਨੇ। ਹਾਂ, ਤੇ ਹੁਣ ਆਪਾਂ ਧਰਮ ਦਾ ਪ੍ਰਚਾਰ ਕਰਨ ਵਾਸਤੇ ਮੈਂ ਅੱਗੇ ਵਧੂੰਗਾ। ਰਾਜਨੀਤੀ ਵੀ ਤਾਂ ਜ਼ਰੂਰੀ ਹੈ ਨਾ। ਤੇ ਰਾਜਨੀਤੀ ਕੇ ਅਧੀਨ ਹੈ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਸਭ ਦਲੇ ਮਲੇ ਹੈ। ਰਾਜਨੀਤੀ ਕਰਨੀ ਬਹੁਤ ਜ਼ਰੂਰੀ ਹੈ। ਤਾਂ ਇਹੀ ਤਾਂ ਰਸਤਾ ਸਾਨੂੰ ਅਪਣਾਉਣਾ ਪਿਆ, ਨਹੀਂ ਤਾਂ ਸੇਵਾ ਤਾਂ ਆਪਾਂ ਵੈਸੇ ਹੀ ਕਰਦੇ ਸੀ ਆਪਣੇ ਇਲਾਕਿਆਂ ਦੇ ਵਿੱਚ। ਹੁਣ ਇਸ ਰਸਤੇ ਤੋਂ ਹੋ ਕੇ ਜਾਊਂਗਾ ਤੇ ਆ ਕੇ ਆਪਾਂ ਰਾਜਨੀਤੀ ਦਾ ਸਹਾਰਾ ਲੈ ਕੇ ਆਪਾਂ ਧਰਮ ਦਾ ਪ੍ਰਚਾਰ ਕਰਾਂਗੇ। ਕੀ ਲੱਗਦਾ ਹੈ ਕਿ ਪਲੜਾ ਭਾਰੀ? ਵੈਸੇ ਤੁਹਾਡੀ ਪਾਰਟੀ ਹੈ, ਤੁਸੀਂ ਤਾਂ ਕਹੋਗੇ ਇਹ ਗੱਲ ਕਿ ਅਸੀਂ ਜਿੱਤੇ ਪਏ ਆ, ਇਹ ਆਮ ਗੱਲ ਹੁੰਦੀ ਹੈ ਕਿ ਸਾਡੀ ਜਿੱਤ ਬਹੁਤ ਨਿਸ਼ਚਿਤ ਹੈ, ਵੱਡੀ ਹੈ। ਪ੍ਰੈਕਟੀਕਲੀ ਕੀ ਲੱਗ ਰਿਹਾ? ਪ੍ਰੈਕਟੀਕਲੀ ਲੱਗ ਰਿਹਾ ਕਿ ਜਿੱਤ ਪੱਕੀ ਆ। ਤੁਸੀਂ ਤੁਰੇ ਜਾਂਦੇ ਕਿਸੇ ਸਿੱਖ ਨੂੰ ਪੁੱਛੋ ਵੀ ਵੋਟ ਕਿਹਨੂੰ ਪਾਉਣੀ ਆ, ਕੰਮ ਕਰ, ਉਹ ਕਹੂਗਾ, ਜਵਾਬ ਦਊਗਾ ਵੀ ਜਿਨ੍ਹਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਵੋਟ ਪਾਉਣੀ ਆ। ਤੇ ਕੰਮ ਕਿਹਨਾਂ ਕੀਤੇ ਨੇ? ਸਾਡੀ ਪਾਰਟੀ ਨੇ ਕੀਤੇ ਨੇ, ਸਿਰਸਾ ਸਾਹਿਬ ਨੇ ਕੀਤੇ ਨੇ, ਸਾਡੀ ਪਾਰਟੀ ਦੇ ਮੈਂਬਰਾਂ ਨੇ ਕੀਤੇ ਨੇ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ। ਸੋ ਜਸਪ੍ਰੀਤ ਸਿੰਘ ਕਰਮ ਸਰ ਕਹਿ ਰਹੇ ਨੇ ਕਿ ਪਹਿਲੀ ਵਾਰ ਹਾਲਾਂਕਿ ਇਹ ਦਿੱਲੀ ਗੁਰਦੁਆਰਾ ਦੀ ਚੋਣ ਲੜ ਰਹੇ ਹੈ, ਪਰ ਇਹ ਕਹਿ ਰਹੇ ਕਿ ਅਸੀਂ ਗੁਰਮਤ ਦੀ ਗੱਲ ਕਰਾਂਗੇ, ਦੋਸ਼ਾਂ ਤੇ ਨਹੀਂ ਜਾਣਾ ਕਿ ਦੋਸ਼ ਇੱਕ ਦੂਜੇ ਤੇ ਬਹੁਤ ਲੱਗਦੇ, ਗੁਰਮਤ ਦੀ ਗੱਲ ਅਸੀਂ ਕਰਾਂਗੇ। ਕੈਮਰਾ ਪਰਸਨ ਗਗਨ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ, ਦਿੱਲੀ।